ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਡਸ ਮਹਾਂ ਤੁਹਾਡੀ ਹੋਸਟ ਅਨਿਲ ਮੁਕਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी तो दुनिया भर च बैठे साढ़े बहुत ही प्यारे सोहने सियाणे TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 5 जनवरी 2023 पो नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਰਹੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲਫਾਲਕਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਹੈ, ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਦਾ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਅਮਰਜੀਤ ਸਿੰਘ ਚੱਠਾ ਅਤੇ ਗੁਰਲੀਨ ਸਿੰਘ ਚੱਠਾ ਜੀ ਵੱਲੋਂ। ਸੋ ਉਹਨਾਂ ਨੇ TV 84 ਦੀ ਸਮੁੱਚੀ ਟੀਮ ਅਤੇ ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਜੀ ਦਾ ਧੰਨਵਾਦ ਕੀਤਾ ਕਿ ਤੁਸੀਂ ਕੌਮੀ ਕਾਰਡ ਦੀ ਪ੍ਰਾਪਤੀ ਲਈ ਸੰਘਰਸ਼ ਦੇ ਹੱਕ ਵਿੱਚ ਨੈਰੇਟਿਵ ਬਿਲਡ ਕਰ ਰਹੇ ਹੋ ਅਤੇ TV 84 ਰਾਹੀਂ ਹਕੂਮਤ ਦੀਆਂ ਸਿੱਖ ਅਤੇ ਪੰਜਾਬ ਵਿਰੋਧੀ ਚਾਲਾਂ ਨੂੰ ਬੇਨਕਾਬ ਕਰ ਰਹੇ ਹੋ। ਸੋ ਵਾਹਿਗੁਰੂ ਕਿਰਪਾ ਕਰਨ TV 84 ਨੂੰ ਹੋਰ ਬੁਲੰਦੀਆਂ ਬਖਸ਼ਣ ਅਤੇ ਅਸੀਂ ਹਕੂਮਤ ਦੇ ਝੂਠੇ ਜਿਹੜੇ ਪ੍ਰੋਪੇਗੰਡੇ ਦਾ ਜਵਾਬ ਦੇ ਸਕੀਏ। ਸੋ ਦਰਸ਼ਕਾਂ ਨੂੰ ਇਹੀ ਬੇਨਤੀ ਹੈ ਕਿ TV 84 ਦੀ ਵੱਧ ਤੋਂ ਵੱਧ ਮਦਦ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਅਮਰਜੀਤ ਸਿੰਘ ਚੱਠਾ ਅਤੇ ਗੁਰਲੀਨ ਸਿੰਘ ਚੱਠਾ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਸ਼ੁਰੂਆਤ ਕਰਾਂਗੇ। ਵੈ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਸੋ ਅੱਜ 23 ਪੋ 5 ਜਨਵਰੀ ਨੂੰ ਨੀਲੇ ਦੇ ਸ਼ਾਹ ਸਵਾਰ ਬਾਜਾਂ ਵਾਲੇ ਸਰਬੰਸ ਦਾਨੀ 10ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਪ੍ਰਕਾਸ਼ ਦਿਹਾੜਾ ਹੈ। ਸੋ ਅਸੀਂ ਸਮੁੱਚੀਆਂ ਸਿੱਖ ਸੰਗਤਾਂ ਤੇ TV 84 ਜਿਹੜੇ ਵਿਊਅਰਸ ਨੇ ਉਹਨਾਂ ਨੂੰ ਇਸ ਦਿਨ ਦੀ ਮੁਬਾਰਕਬਾਦ ਪੇਸ਼ ਕਰਦੇ ਹਾਂ। ਸੋ ਵਿਊਅਰਸ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਸਮੁੱਚਾ ਜੀਵਨ ਇੱਕ ਕ੍ਰਿਸ਼ਮਾ ਸੀ। ਸੋ ਉਹਨਾਂ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵਰਜੀਨੀਆ ਤੋਂ ਸਾਡੇ ਵੀਰ ਅਮਰਜੀਤ ਸਿੰਘ ਚੱਠਾ ਔਰ ਉਹਨਾਂ ਦੇ ਸਪੁੱਤਰ ਗੁਰਲੀਨ ਸਿੰਘ ਚੱਠਾ ਜਿਨ੍ਹਾਂ ਨੂੰ ਪਿਆਰ ਨਾਲ ਗੈਰੀ ਕਰਕੇ ਬੁਲਾਇਆ ਜਾਂਦਾ ਹੈ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਚੱਠਾ ਪਰਿਵਾਰ ਪਿਛਲੇ 30 ਸਾਲ ਤੋਂ ਪੰਥ ਦੇ ਹਰ ਪਿੜ ਦੇ ਵਿੱਚ ਇਹੀ ਨਹੀਂ ਕਿ ਉਹ ਸਾਡੇ ਨਾਲ ਪਿਆਰ ਕਰਦੇ ਨੇ, ਕੋਈ ਵੀ ਸਿੱਖੀ ਦੀ ਗੱਲ ਕਰਦਾ ਹੈ, ਸਿੱਖੀ ਦੇ ਕੰਮ ਲਈ ਅੱਗੇ ਆਉਂਦਾ ਹੈ, ਉਸ ਦੀ ਖੁੱਲ੍ਹ ਕੇ ਹਮਾਇਤ ਕਰਦੇ ਨੇ। ਸਾਡੇ ਲਈ ਤਾਂ ਇਹ ਪਰਿਵਾਰ ਨਾਲੋਂ ਵੀ ਜ਼ਿਆਦਾ ਅਜ਼ੀਜ਼ ਨੇ ਕਿਉਂਕਿ ਨਿੱਜੀ ਤੌਰ ਦੇ ਉੱਤੇ ਵੀ ਸਾਡੇ ਹਮੇਸ਼ਾ ਦੁੱਖ ਸੁੱਖ ਦੇ ਸਾਥੀ ਨੇ ਔਰ ਉਹਨਾਂ ਨੂੰ ਵੀ ਪਤਾ ਹੈ ਕਿ ਜਿਹੜਾ ਚੈਲੰਜ ਹੈ ਕੌਮ ਦੇ ਸਾਹਮਣੇ ਉਹ ਬਹੁਤ ਵੱਡਾ ਹੈ। ਦੁਸ਼ਮਣ ਸਾਡਾ ਬਹੁਤ ਚਲਾਕ, ਜ਼ਾਲਮ ਔਰ ਰਿਸੋਰਸਫੁਲ ਹੈ ਔਰ ਅਸੀਂ ਤਾਂ ਫਕੀਰਾਂ ਵਾਂਗ ਜਿਵੇਂ ਇੱਕ ਖਾਲੀ ਹੱਥੀਂ ਨੰਗੇ ਧੜ ਲੜਨ ਵਾਲੀ ਗੱਲ ਹੈ। ਪਰ ਸਾਨੂੰ ਹਮੇਸ਼ਾ ਇਸ ਗੱਲ ਦਾ ਫਖਰ ਹੈ, ਮਾਣ ਹੈ ਕਿ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਦੇ ਹਾਂ ਜਿੱਥੇ ਗੁਰੂ ਦਾ ਮੇਰਾ ਭਰਿਆ ਹੱਥ ਹਮੇਸ਼ਾ ਪੰਥ ਦੇ ਸਿਰ ਤੇ ਹੈ, ਉੱਥੇ ਸੱਚ ਦਾ ਆਪਣਾ ਭਾਰ ਬੜਾ ਹੁੰਦਾ ਔਰ ਪਾਵਰ ਭਾਵੇਂ ਕਿਸੇ ਕੋਲ ਜਿੰਨੀ ਮਰਜ਼ੀ ਹੋਏ, ਅੰਨੀਆਂ ਤਾਕਤਾਂ ਰੱਖਣ ਵਾਲੇ ਵੀ ਅਲਟੀਮੇਟਲੀ ਇਸ ਦੁਨੀਆ ਤੋਂ ਤੁਰ ਜਾਂਦੇ ਨੇ, ਉਹਨਾਂ ਦਾ ਖਾਤਮਾ ਹੁੰਦਾ ਹੈ ਔਰ ਰੱਬ ਦੀ ਦਰਗਾਹ ਦੇ ਅੰਦਰ ਵੀ ਉਹਨਾਂ ਦਾ ਕੂੜਾਪਨ ਜ਼ਾਹਰ ਹੁੰਦਾ ਹੈ ਔਰ ਗੁਰੂ ਦੇ ਹਜ਼ੂਰ ਅਲਟੀਮੇਟਲੀ ਉੱਥੇ ਸੱਚੇ ਹੀ ਸੱਚ ਨਿਬੜੇ। ਚੁਣ ਵਕ ਕੱਢੇ ਜਜਮਾਲਿਆ ਥਾਏ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੋਜ਼ਖ ਚਾਲਿਆ। ਉਹਨਾਂ ਦੇ ਲਈ ਇੱਥੇ ਵੀ
ਦੋਜ਼ਖ ਵਾਂਗ ਉਹ ਆਪਣੇ ਹੀ ਗੁਨਾਹ ਦੇ ਉਸ ਅੱਗ ਦੇ ਵਿੱਚ ਸੜ ਰਹੇ ਹੁੰਦੇ ਨੇ। ਜੀ ਔਰ ਰੱਬ ਦੀ ਦਰਗਾਹ 'ਚ ਵੀ, ਕਿਉਂਕਿ ਉੱਥੇ ਅਲਟੀਮੇਟਲੀ ਕੂੜ ਨਖੁੱਟੈ ਨਾਨਕਾ ਓੜਕ ਸੱਚ ਰਹੀ। ਸੋ ਇਹ ਸਾਡੀ ਸਟਰੈਂਥ ਹੈ। ਬਿਲਕੁਲ। ਪਰ ਇਹ ਸਾਰੇ ਸਾਡੇ ਵੀਰ ਭੈਣਾਂ ਜਿਹੜੇ ਸਾਡੇ ਨਾਲ ਤੁਰਦੇ ਨੇ, ਖੜਦੇ ਨੇ, ਇਹ ਸਾਡਾ ਸਰਮਾਇਆ ਨੇ ਔਰ ਬਿਲਕੁਲ। ਸਾਡਾ ਰੋਮ ਰੋਮ ਇਹਨਾਂ ਸਭ ਦਾ ਰਿਣੀ ਰਿਣੀ ਹੈ ਜੀ ਅੱਜ 5 ਜਨਵਰੀ 23 ਪੋ ਜੀ ਔਰ 357 ਵਰੇ ਪਹਿਲਾਂ ਠੀਕ ਅੱਜ ਤੋਂ ਪਟਨਾ ਸਾਹਿਬ ਦੀ ਧਰਤੀ ਤੇ, ਜਿਸ ਦਾ ਕਦੇ ਨਾਂ ਪਾਟਲੀ ਪੁੱਤਰ ਸੀ, ਅਸ਼ੋਕ, ਜਦੋਂ ਕਿ ਉਸ ਖਿੱਤੇ ਦੇ ਮਸ਼ਹੂਰ ਰੂਲਰਸ ਦੀ ਗੱਲ ਹੁੰਦੀ ਹੈ ਤੇ ਫਿਰ ਜ਼ਾਹਰਾ ਤੌਰ ਦੇ ਉੱਤੇ ਅਸ਼ੋਕ ਦਾ ਨਾਂ ਬਹੁਤ ਵੱਡਾ ਨਾਂ ਹੈ। ਜੀ ਔਰ ਉਹ ਅਸ਼ੋਕ ਜਿਸ ਨੇ ਕਲਿੰਗਾ ਦੀ ਲੜਾਈ ਦੇ ਵਿੱਚ, ਜਿਹੜਾ ਕਲਿੰਗਾ ਅੱਜ ਦਾ ਉੜੀਸਾ ਹੈ, ਉਸ 'ਚ ਖੂਨ ਖਰਾਬਾ ਦੇਖ ਕੇ ਆਪਣੀ ਤਲਵਾਰ ਜ਼ਮੀਨ ਤੇ ਰੱਖ ਦਿੱਤੀ ਸੀ ਔਰ ਅਹਿੰਸਾ ਵਾਲੇ ਬੁੱਧ ਧਰਮ ਵੱਲੋਂ ਮੁੜਿਆ ਸੀ, ਜਿਸ ਦਾ ਮੈਸੇਜ ਅਹਿੰਸਾ ਪਰਮੋ ਧਰਮਾ ਸੀ। ਜੀ ਔਰ ਉਸ ਅਸ਼ੋਕ ਦੇ ਵੱਡੇ ਸਾਮਰਾਜ ਦੀ ਰਾਜਧਾਨੀ ਪਾਟਲੀ ਪੁੱਤਰ ਸੀ। ਪਰ ਉਸੇ ਹੀ ਪਾਟਲੀ ਪੁੱਤਰ ਦੀ ਧਰਤੀ ਤੇ 357 ਵਰੇ ਪਹਿਲਾਂ 10ਵੇਂ ਪਾਤਸ਼ਾਹ ਪ੍ਰਕਾਸ਼ਮਾਨ ਹੁੰਦੇ ਨੇ ਔਰ ਉਹ ਪਾਤਸ਼ਾਹ ਜਿਨ੍ਹਾਂ ਦੇ ਹੱਥ 'ਚ ਹੀ ਕਿਰਪਾਨ ਨਹੀਂ ਹੈ, ਸਗੋਂ ਉਹ ਖਾਲਸਾ ਪੰਥ ਸਾਜਦੇ ਨੇ, ਜਿਸ ਦੇ ਗਾਤਰੇ ਹਮੇਸ਼ਾ ਲਈ ਕਿਰਪਾਨ ਹੈ, ਕਿਰਪਾ ਤੇ ਆਨ, ਕਿ ਇਹ ਆਨ ਅਣਖ ਗੈਰਤ ਲਈ, ਇਨਸਾਨੀ ਕਦਰਾਂ ਕੀਮਤਾਂ ਲਈ, ਇਨਸਾਨ ਦੇ ਅੰਦਰ ਜਿੱਥੇ ਪਿਆਰ ਰੁਮਕਣਾ ਚਾਹੀਦਾ ਹੈ, ਪਰ ਪਿਆਰ ਨਾਲ ਰੁਮਕਦੇ ਇਨਸਾਨ ਕਦੇ ਜ਼ਬਰ, ਜ਼ੁਲਮ, ਜ਼ੋਰ ਉਸ ਨੂੰ ਬਰਦਾਸ਼ਤ ਨਹੀਂ ਕਰਨਗੇ। ਸੋ ਆਨ ਅਣਖ ਦੀ ਪ੍ਰਤੀਕ ਕਿਰਪਾਨ ਵਾਲੇ ਪਾਤਸ਼ਾਹ ਉਸ ਨਗਰ ਦੇ ਅੰਦਰ ਹੀ ਪ੍ਰਕਾਸ਼ਮਾਨ ਹੁੰਦੇ ਨੇ, ਜਿੱਥੇ ਸੈਂਕੜਿਆਂ ਵਰੇ ਪਹਿਲਾਂ ਥੱਕ ਟੁੱਟ ਕੇ, ਮਨੋਂ ਹਾਰ ਕੇ ਅਸ਼ੋਕ ਨੇ ਆਪਣੀ ਤਲਵਾਰ ਸੁੱਟ ਦਿੱਤੀ ਸੀ। ਸੋ 10ਵੇਂ ਪਾਤਸ਼ਾਹ ਦਾ ਕ੍ਰਿਸ਼ਮਾ ਤਾਂ ਜੀਵਨ ਦਾ ਇੱਥੋਂ ਸ਼ੁਰੂ ਹੋ ਜਾਂਦਾ ਹੈ। ਔਰ ਜੇ ਅਸੀਂ ਉਹਨਾਂ ਦੇ ਜੀਵਨ ਦੇ ਲਗਭਗ 42 ਵਰੇ ਜਿੰਨੀ ਉਹਨਾਂ ਦੀ ਹਯਾਤੀ ਦੁਨਿਆਵੀ ਅੱਖਾਂ ਨਾਲ ਹੈ, ਤੇ ਉਹਨਾਂ ਦਾ ਜੀਵਨ ਆਲਮੋਸਟ 4 ਦਰਿਆਵਾਂ ਦੇ ਕੰਢੇ ਵੱਡੇ ਪੈਮਾਨੇ ਦੇ ਉੱਤੇ ਵਕਤ ਗੁਜ਼ਰਦਾ ਹੈ। ਉਹ ਗੰਗਾ ਦਾ ਕੰਢਾ, ਪਟਨਾ ਦੀ ਧਰਤੀ, ਜਿੱਥੇ ਚੋਜੀ ਪ੍ਰੀਤਮ, ਔਰ ਜਦੋਂ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦੀ ਬਾਲ ਲੀਲਾ ਦਾ ਜ਼ਿਕਰ ਕਰਦੇ ਹਾਂ ਤਾਂ ਫਿਰ ਉਹ ਚੋਜੀ ਪ੍ਰੀਤਮ ਉਸ ਗੰਗਾ ਦੇ ਕੰਢੇ ਦੁਨੀਆ ਨੂੰ ਦੱਸ ਰਹੇ ਨੇ ਕਿ ਇਹ ਗੰਗਾ ਕੋਈ ਪਾਪਾਂ ਨੂੰ ਧੋਣ ਵਾਲੀ ਨਹੀਂ ਹੈ। ਇੱਥੇ ਜੇ ਤਿਆਗ ਨਹੀਂ ਹੈ ਤੇ ਫਿਰ ਸਾਰਾ ਫਰਾਡ ਹੈ। ਔਰ ਅਸੀਂ ਜਦੋਂ ਉਹਨਾਂ ਦੇ ਬਚਪਨ ਦੇ ਵਾਕਿਆਤ ਤੋਂ ਦੇਖਦੇ ਹਾਂ ਕਿ ਜੇ ਉਹਨਾਂ ਦੇ 2 ਹੱਥਾਂ 'ਚ ਸੋਨੇ ਦੇ ਕੰਗਣ ਨੇ, ਇੱਕ ਉਹ ਗੰਗਾ ਦੇ ਵਿੱਚ ਸੁੱਟ ਆਉਂਦੇ ਨੇ, ਛੱਡ ਆਉਂਦੇ ਨੇ, ਮਾਂ ਲੈ ਕੇ ਆਉਂਦੀ ਹੈ ਕਿ ਭਾਈ ਕਿੱਥੇ ਸੁੱਟਿਆ ਕੰਗਣ, ਤੇ ਦੂਜਾ ਵੀ ਲਾ ਕੇ ਸੁੱਟਦੇ ਨੇ ਕਿ ਮਾਂ ਉੱਥੇ ਸੁੱਟਿਆ। ਸੋ ਇਹ ਹੈ ਵੀ ਇੱਕ ਪਾਸੇ ਉਸੇ ਹੀ ਗੰਗਾ ਦੇ ਕੰਢੇ ਜਿੱਥੋਂ ਗੰਗਾ ਸ਼ੁਰੂ ਹੁੰਦੀ ਹੈ, ਬਾਹਮਣ ਆ ਕੇ ਬੈਠੇ ਨੇ ਪੱਕੇ ਤੌਰ ਦੇ ਉੱਤੇ, ਹਰ ਤੀਰਥ ਬਣਾ ਦਿੱਤਾ ਜਿੱਥੋਂ ਤੋਂ ਗੰਗਾ ਜਾਂਦੀ ਹੈ। ਤੇ ਇੱਥੇ ਗੁਰੂ ਨੇ ਇਹ ਮੈਸੇਜ ਦਿੱਤਾ ਕਿ ਭਾਈ ਇਹ ਗੰਗਾ ਜਿਹੜੀ ਹੈ ਇਹ ਤਿਆਗ ਸਿਖਾਉਣਾ ਚਾਹੀਦਾ ਹੈ ਇਸ ਨੂੰ। ਇੱਥੇ ਤਾਂ ਲਾਲਚ ਦੇ ਇਹ ਲੋਕ ਆ ਕੇ ਬੈਠੇ ਨੇ। ਸੋ ਬਚਪਨ ਦੇ 5 ਸਾਲ ਉਹਨਾਂ ਦੇ ਗੰਗਾ ਦੇ ਕੰਢੇ ਗੁਜ਼ਰਦੇ ਨੇ ਆਪਣੇ ਪਿਤਾ ਮਾਤਾ ਦੇ ਨਾਲ। ਉਹਨਾਂ ਦਾ ਮੇਲ ਜਦੋਂ ਉਹ 5 ਸਾਲ ਦੇ ਨੇ ਔਰ ਅਨੰਦਪੁਰ ਸਾਹਿਬ ਦੇ ਉਸ ਮੁਕਾਮ ਤੇ ਚੱਕ ਨਾਨਕੀ ਕਰਕੇ ਜਿਸ ਨੂੰ ਵਸਾਇਆ ਗੁਰੂ ਤੇਗ ਬਹਾਦਰ ਸਾਹਿਬ ਨੇ, ਔਰ ਗੁਰੂ ਕਲਗੀਧਰ ਪਾਤਸ਼ਾਹ ਨੇ ਉੱਥੇ ਆਨੰਦ ਦੀਆਂ ਛੈਬਰਾਂ ਲਾਈਆਂ। ਔਰ ਇਹ ਗੁਰੂ ਕਲਗੀਧਰ ਪਾਤਸ਼ਾਹ ਦੀ ਆਪਣੀ ਟੈਸਟੀਮਨੀ ਹੈ ਕਿ ਮਦਰ ਦੇਸ਼ ਹਮਕੋ ਲੈ ਆਏ। ਪਹਿਲਾਂ ਤਾਂ ਇਹ ਕਿ ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਪਵ ਲਿਓ। ਪਰ ਫਿਰ ਉੱਥੋਂ ਜਿਹੜੀ ਟ੍ਰਾਂਜੀਸ਼ਨ ਹੈ, ਉਹਨੂੰ ਉੱਥੋਂ ਮੂਵ ਹੈ, ਉਹ ਇਹੀ ਹੈ ਮਦਰ ਦੇਸ਼ ਹਮਕੋ ਲੈ ਆਏ, ਭਾਂਤ ਭਾਂਤ ਦਾਇਨ ਦੁਲਰਾਏ। ਹੁਣ ਪੰਜਾਬ ਦਾ ਇੱਕ ਪੁਰਾਣਾ ਨਾਂ ਜਿਹੜਾ ਉਹ ਮਦਰ ਦੇਸ਼ ਵੀ ਸੀ ਕਿ ਫਿਰ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਪਨ ਦੇ ਚੋਜਾਂ ਚੋਂ ਇੱਕਦਮ ਜਦੋਂ ਉਹ 4 ਵਰੇ ਹੋਰ 9 ਸਾਲ ਦੀ ਉਮਰ ਤੱਕ ਪਹੁੰਚਦੇ ਨੇ, ਫਿਰ ਇਤਿਹਾਸ ਉਸ ਕ੍ਰਿਸ਼ਮੇ ਨੂੰ ਅੰਕਿਤ ਕਰਦਾ ਹੈ। ਕਸ਼ਮੀਰੀ ਪੰਡਤਾਂ ਦੀ ਆਮਦ, ਭਾਰਤ ਦੇ ਵਿੱਚ ਫੈਲਿਆ ਹੋਇਆ ਮਜ਼ਹਬੀ ਜਨੂਨ ਹਾਕਮਾਂ ਦਾ, ਔਰ ਉਸ ਤੋਂ ਪੀੜਤ ਲੋਕ। ਔਰ 9 ਵਰੇ ਦੇ ਬਾਲਾ ਪ੍ਰੀਤਮ ਜਦੋਂ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਹ ਕਹਿੰਦੇ ਨੇ ਕਿ ਜਾਓ ਇਹਨਾਂ ਦੇ ਲਈ, ਔਰ ਇਹ ਕਿ ਕੋਈ ਮਹਾਂਪੁਰਖ ਦਾ ਜੀਵਨ
ਕੁਰਬਾਨ ਹੋਏ ਲੋਕਾਂ ਦੇ ਅੰਦਰ ਗੈਰਤ ਜਾਗੇ ਜੀ ਤੇ ਤੁਹਾਡੇ ਤੋਂ ਵੱਡਾ ਹੋਰ ਕੌਣ ਮਹਾਂਪੁਰਖ ਹੈ। ਕਿਉਂਕਿ ਕੁਝ ਚੀਜ਼ਾਂ ਰਵਾਇਤੀ ਨੇ, ਜ਼ਰੂਰੀ ਹੈ। ਜਦੋਂ ਅੱਜ ਅਸੀਂ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਯਾਦ ਕਰ ਰਹੇ ਹਾਂ, ਦੁਨੀਆ ਭਰ ਦੇ ਵਿੱਚ ਜਿਹੜਾ 5 ਜਨਵਰੀ, ਬੇਸ਼ੱਕ ਇਸ ਤੋਂ ਪਹਿਲਾਂ ਦਸੰਬਰ ਦੇ ਅਖੀਰਲੇ ਦਿਨਾਂ 'ਚ ਵੀ ਹਿੰਦੂ ਕੈਲੰਡਰ ਮੁਤਾਬਕ ਕੁਝ ਥਾਵਾਂ ਦੇ ਉੱਤੇ, ਔਰ ਇਹ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਜਿੱਥੇ ਖਾਲਸਾ ਆਪਣੀ ਆਈਡੈਂਟੀਟੀ, ਆਪਣੇ ਘਰ ਦੀ ਲੜਾਈ ਲੜ ਰਿਹਾ, ਉੱਥੇ ਕਈ ਵਾਰ ਅਸੀਂ ਇੱਕ ਜਿੱਤੀ ਬਾਜ਼ੀ ਨੂੰ ਵੀ ਬੈਕ ਸਟੈਪ ਤੇ ਸਾਡਾ ਇੱਕ ਤਬਕਾ ਲੈ ਗਿਆ। 2003 ਚ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ ਜੀ, 2010 ਤੱਕ 7 ਸਾਲ ਲਗਾਤਾਰਤਾ ਦੇ ਨਾਲ, ਔਰ ਹਰ ਥਾਂ ਡੇਟਸ ਫਿਕਸ ਸੀ। ਲੇਕਿਨ ਕਿਵੇਂ ਫਿਰ ਆਰਐਸਐਸ ਦੇ ਇੰਪੈਕਟ ਥੱਲੇ, ਜਿਹਨੂੰ ਹੁਣ ਸਾਡੇ ਸਾਹਮਣੇ ਹੈ ਕਿ ਕੌਣ ਕਲਾਕਾਰ ਨੇ ਜਿਨ੍ਹਾਂ ਨੇ ਰਿਵਰਸ ਗੇਅਰ ਲਵਾਇਆ ਤੇ ਨਾਨਕਸ਼ਾਹੀ ਦੇ ਲੇਬਲ ਦੇ ਥੱਲੇ ਹਿੰਦੂ ਕੈਲੰਡਰ ਪਰੋਸ ਦਿੱਤਾ ਗਿਆ। ਔਰ ਹੁਣ ਜਦੋਂ ਕਿ ਜਿਹੜੇ ਮੂਲ ਕੈਲੰਡਰ ਦੇ ਨਾਲ ਸਟਿਕ ਕਰਨ ਵਾਲੇ ਨੇ, ਔਰ ਅਸੀਂ ਤਾਂ ਪਹਿਲੇ ਦਿਨ ਜਦੋਂ ਅਸੀਂ 2012 ਦੇ ਵਿੱਚ TV 84 ਦੀ ਸ਼ੁਰੂਆਤ ਕੀਤੀ ਤੇ ਇੱਕ ਗੱਲ ਅਸੀਂ ਬਿਲਕੁਲ ਸਪਸ਼ਟ ਕਰ ਦਿੱਤੀ ਸੀ ਕਿ ਤਰੀਕਾਂ ਅਸੀਂ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 2003, ਔਰ ਜਿਹੜੇ ਧਾਰਮਿਕ ਮਾਮਲੇ ਨੇ ਉਹ ਸਿੱਖ ਰਹਿਤ ਮਰਿਆਦਾ ਜਿਹੜੀ ਪੰਥ ਪ੍ਰਵਾਨਿਤ ਹੈ ਉਸ ਦੇ ਅਨੁਸਾਰ ਹੀ ਵਿਚਾਰਾਂਗੇ। ਹਾਲਾਂ ਇਸ ਪੀਰੀਅਡ ਦੇ ਵਿੱਚ ਕਈ ਕੁਝ ਹੋਇਆ ਅਪਹੀਵਲ, ਅਸੀਂ ਇਹ ਵੀ ਨਹੀਂ ਹੈ ਕਿ ਅਸੀਂ ਕਿਸੇ ਦੇ ਨਾਲ ਉਲਝਣਾ ਚਾਹੁੰਦੇ, ਪਰ ਇਹ ਸਾਡੀ ਪਾਲਿਸੀ ਲਾਈਨ, ਔਰ ਇਹਦੇ ਨਾਲ ਹੀ ਸਾਡਾ ਇਹ ਕਲੀਅਰ ਲਾਈਨ ਸੀ ਕਿ ਕੋਈ ਵੀ ਜੰਤਰ ਮੰਤਰ ਤੰਤਰ ਵਾਲੇ ਕਿਸੇ ਦੀਆਂ ਐਡਾਂ, ਕਿਸੇ ਦੀ ਐਨਕਰੇਜਮੈਂਟ ਇਸ ਪਲੇਟਫਾਰਮ ਤੋਂ ਨਹੀਂ ਹੋਏਗੀ। ਅਸੀਂ ਗੁਰੂ ਦੀ ਭੈ ਭਾਵਨੀ 'ਚ ਕਹਿ ਸਕਦੇ ਹਾਂ ਕਿ ਇਹਨਾਂ 10 ਵਰਿਆਂ ਦੇ ਅੰਦਰ ਅਸੀਂ ਜਿਹਨਾਂ ਮੂਲ ਵੈਲਿਊਜ਼ ਨੂੰ ਸਟਿਕ ਕਰਕੇ ਇਸ ਦੀ ਸ਼ੁਰੂਆਤ ਕੀਤੀ ਸੀ, ਉਹਨਾਂ ਦੇ ਨਾਲ ਅਸੀਂ ਖੜੇ। ਸੋ ਜਦੋਂ ਅਸੀਂ 10ਵੇਂ ਪਾਤਸ਼ਾਹ ਦੀ ਜੀਵਨ ਲੀਲਾ ਵੱਲ ਨਜ਼ਰ ਮਾਰਦੇ ਹਾਂ, ਵੈਸੇ ਹੈ ਵੀ ਇਹ ਲੀਲਾ। ਲੀਲਾ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਸਾਡੀਆਂ ਅੱਖਾਂ ਜੋ ਇੱਕ ਪਾਰਟ ਦੇਖ ਰਹੀਆਂ ਹੁੰਦੀਆਂ ਨੇ, ਲੇਕਿਨ ਉਹਦੇ ਪਿੱਛੇ ਇੱਕ ਕੌਤਕ, ਉਹ ਅਗੰਮੀ ਕੌਤਕ। ਔਰ ਇਹ ਜਿਹਦੇ ਨਾਲ ਤੁਸੀਂ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ, ਇਹ ਭਾਈ ਗੁਰਦਾਸ ਸਿੰਘ ਇੱਕ ਸ਼ਾਇਰ ਹੋਏ ਨੇ। ਇਹ ਇੱਕ ਬਹੁਤ ਵਾਰੀ ਬਹੁਤਿਆਂ ਨੂੰ ਲੱਗਦਾ ਕਿ ਸ਼ਾਇਦ ਇਹ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਆਦ ਬੀੜ ਲਿਖੀ ਔਰ ਗੁਰੂ ਅਰਜਨ ਸਾਹਿਬ ਦੇ ਵੇਲੇ ਹੋਏ ਉਹਨਾਂ ਦੀ ਹੈ, ਕਿਉਂਕਿ ਕਈ ਵਾਰ ਉਹ ਲਿਖਿਆ ਹੀ ਇਵੇਂ ਜਾਂਦਾ ਹੈ। ਔਰ ਕਈਆਂ ਨੇ ਤਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਨਾਲ ਹੀ ਭਾਈ ਗੁਰਦਾਸ ਸਿੰਘ ਦੀ ਵਾਰ ਵੀ ਸ਼ਾਮਲ ਕਰ ਦਿੱਤੀ। ਲੇਕਿਨ ਇਹ ਆਪਣੇ ਆਪ ਦੇ ਵਿੱਚ ਬੇਸ਼ੱਕ ਇੱਕ ਸ਼ਾਇਰ ਦਾ ਤਸੱਵੁਰ ਹੈ, ਲੇਕਿਨ ਇਹ ਕੰਪਲੀਟਲੀ ਜਿਹੜਾ 2 ਲਾਈਨਾਂ ਦੇ ਵਿੱਚ ਜਦੋਂ ਉਹ ਕਹਿੰਦੇ ਨੇ ਕਿ ਭਾਈ ਉਹ ਗੁਰੂ ਕਲਗੀਧਰ ਉਹ ਪੁਰਖ, ਜਦੋਂ ਹੁਣ ਅਸੀਂ ਰੱਬ ਦੇ ਲਈ ਲਫ਼ਜ਼ ਕਰਤਾ ਪੁਰਖ ਇਸਤੇਮਾਲ ਕਰਦੇ ਹਾਂ, ਬੇਸ਼ੱਕ ਪੁਰਖ ਪੁਰਸ਼ ਦੀ ਸੈਂਸ ਦੇ ਵਿੱਚ ਹੈ, ਆਮ ਜ਼ੁਬਾਨ ਦੇ ਵਿੱਚ ਮੇਲ ਦੇ ਲਈ ਇਸਤੇਮਾਲ ਹੁੰਦਾ ਹੈ, ਲੇਕਿਨ ਰੂਹਾਨੀਅਤ ਦੇ ਵਿੱਚ ਜਦੋਂ ਅਸੀਂ ਕਰਤਾ ਪੁਰਖ ਦੀ ਥਾਂ ਕਈ ਵਾਰ ਕੱਲਾ ਪੁਰਖ ਵੀ ਕਹਿੰਦੇ ਹਾਂ। ਸੋ ਇਹ ਜਦੋਂ ਪ੍ਰਗਟਿਓ, ਹੁਣ ਇੱਕ ਪੈਦਾ ਹੋਣਾ ਹੁੰਦਾ ਹੈ, ਇੱਕ ਜਿਹੜਾ ਰਿਵੀਲ ਹੁੰਦਾ, ਪ੍ਰਗਟ ਹੋਣਾ ਰਿਵੀਲ ਹੈ। ਇਸੇ ਲਈ ਖਾਲਸਾ ਸਾਜਨਾ ਅਸੀਂ ਕਹਿੰਦੇ ਹਾਂ, ਪਰ ਖਾਲਸਾ ਪ੍ਰਗਟ ਦਿਵਸ ਹੈ। ਜਾਂ ਅਸੀਂ ਹੁਣ ਗੁਰੂ ਸਾਹਿਬ ਦੇ ਨਾਲ ਜਿਹੜਾ ਇੱਕ ਜ਼ਮਾਨਾ ਸੀ ਕਿ ਅਵਤਾਰ ਲਫ਼ਜ਼ ਜ਼ਿਆਦਾ ਇਸਤੇਮਾਲ ਹੁੰਦਾ ਸੀ, ਹਿੰਦੂਆਇਜ਼ਡ ਪ੍ਰਭਾਵ ਦੇ ਥੱਲੇ ਵੀ ਕੁਛ, ਲੇਕਿਨ ਹੁਣ ਅਸੀਂ ਪ੍ਰਕਾਸ਼ ਦਿਵਸ ਕਹਿੰਦੇ ਹਾਂ। ਪ੍ਰਕਾਸ਼ ਇਲੂਮੀਨੇਸ਼ਨ ਹੈ, ਰੋਸ਼ਨੀ ਹੈ, ਨੂਰ ਹੈ। ਕਿਉਂਕਿ ਜੇ ਅਸੀਂ ਵਰਲਡਲੀ ਅਵਤਰਿਤ ਦੇ ਨਾਲ ਜੋੜਦੇ ਹਾਂ ਤੇ ਫਿਰ ਉਹ ਤਾਂ ਜਨਮ ਮਰਨ ਦੇ ਗੇਟ 'ਚ ਵਾਲਾ ਹੁੰਦਾ ਜਿਹੜਾ ਵੀ। ਔਰ ਗੁਰੂ ਸਾਹਿਬ ਨੇ ਯਾਦ ਦਹਾਨੀ ਵੀ ਕਰਵਾਈ ਕਿ ਭਾਈ ਸੋ ਮੁਖ ਜਲੇ ਜਿਤ ਕਹੇ ਠਾਕਰ ਜੋਨੀ, ਕਿ ਉਹ ਮੂੰਹ ਸੜ ਜਾਏ ਜਿਹੜਾ ਇਹ ਕਹਿੰਦਾ ਹੈ ਕਿ ਰੱਬ ਜੂਨ ਦੇ ਵਿੱਚ ਆਉਂਦਾ ਹੈ। ਔਰ ਇਹ ਗੱਲ ਬਿਲਕੁਲ ਸਾਡੇ ਮੁੱਢਲੇ ਜਿਹੜਾ ਮੂਲ ਮੰਤਰ ਹੈ ਉਸ ਦੇ ਵਿੱਚ ਇਹ ਗੱਲ ਜਦੋਂ ਗੁਰੂ ਸਾਹਿਬ ਨੇ ਯਾਦ ਕਹਾਣੀ ਕਰਵਾਈ ਅਜੂਨੀ, ਕਿ ਰੱਬ ਜੂਨ ਦੇ ਵਿੱਚ ਨਹੀਂ ਹੈ, ਜੂਨ ਫਾਰਮ ਆਫ ਲਾਈਫ ਹੈ, ਕਿ ਉਹ ਪੁਰਖ ਹੈ, ਮਰਦ ਹੈ। ਹੁਣ ਮਰਦ ਆਮ ਨਹੀਂ, ਵੈਸੇ ਤਾਂ ਜਿਵੇਂ ਪੁਰਖ ਔਰ ਇਸਤਰੀ ਨੇ, ਮਰਦ ਔਰ ਇਸਤਰੀ ਨੇ, ਮਰਦ ਅਗੰਮੜਾ, ਅਗੰਮ ਅਸੀਂ ਉਸ ਦੁਨੀਆ ਨੂੰ ਕਹਿੰਦੇ ਹਾਂ ਜਿਹਦਾ ਕੋਈ, ਜਿਸ ਦੀ ਕੋਈ ਹੱਦ ਨਹੀਂ ਹੈ। ਉਸ ਰੱਬ ਦਾ ਗੁਣ ਹੀ ਜਿਹੜਾ ਹੈ ਉਹ ਅਸੀਂ ਜਦੋਂ ਅਗੰਮ ਅਗੋਚਰ ਅਲਖ ਅਪਾਰਾ ਚਿੰਤਾ ਕਰੋ ਹਮਾਰੀ, ਜਲ ਥਲ ਮੈਲ ਭਰਪੁਰ ਲੀਣਾ ਘਟ ਘਟ ਜੋਤ ਤੁਮਾਰੀ। ਹੁਣ ਉਹ ਵਾਹਿਗੁਰੂ ਅਗੰਮ ਹੈ, ਔਰ ਇਹ ਅਗੰਮ ਦੇ ਦੇਸ਼ 'ਚੋਂ ਆਏ ਪੁਰਖ ਜਿਹੜੇ ਪ੍ਰਗਟ ਹੁੰਦੇ ਨੇ, ਵੈ ਪ੍ਰਗਟਿਓ ਪੁਰਖ ਅਗੰਮੜਾ ਵਰਿਆਮ।
ਹੁਣ ਵਰਿਆਮ ਸੰਸਕ੍ਰਿਤ ਜਾਂ ਹਿੰਦੀ ਦੇ ਵਿੱਚ ਸੂਰਮ ਗਤੀ ਦੇ ਲਈ, ਸੂਰਮੇ ਲਈ, ਯੋਧੇ ਲਈ ਲਫ਼ਜ਼ ਹੈ, ਪਰ ਇਹ ਬਹੁਤ ਸਾਰੇ ਸੂਰਮੇ ਹੋਣਗੇ, ਪਰ ਵਰਿਆਮ ਇਕੇਲਾ ਯੂਨੀਕ, ਕਿ ਇਸ ਬਹਾਦਰੀ ਦੇ ਨਾਲ, ਇਸ ਵਰਿਆਮਤਾ ਦੇ ਨਾਲ ਹੋਰ ਕਿਸੇ ਦਾ ਮੈਚ ਨਹੀਂ ਹੈ। ਔਰ ਇਹ ਸਭ ਬਿਆਨਣ ਤੋਂ ਬਾਅਦ ਕਿ ਉਹ ਪੁਰਖ ਦੇ ਸਾਜੇ ਹੋਏ ਅਗੰਮੀ ਮਨੁੱਖ, ਉਹਨਾਂ ਦਾ ਯੂਨੀਕ ਬਰੇਵਰੀ, ਪਰ ਉਹਨਾਂ ਦੀ ਜਦੋਂ ਅਸੀਂ ਹਿਊਮਿਲਿਟੀ ਦੇ ਵਿੱਚ ਆ ਕੇ ਗੱਲ ਕਰਦੇ ਹਾਂ ਤੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਉਹ ਗੁਰੂ ਵੀ ਨੇ ਤੇ ਚੇਲੇ ਵੀ ਨੇ। ਹੁਣ ਇਹ ਜ਼ਾਹਰ ਹੈ ਕਿ ਵੀ ਇਹ ਵੈਸੇ ਤਾਂ ਕੰਟੀਨਿਊਟੀ ਹੈ ਸਿੱਖ, ਜਦੋਂ ਅਸੀਂ ਗੁਰੂ ਸਾਹਿਬਾਨ ਵੱਲੋਂ ਗੁਰੂ ਨਾਨਕ ਸਾਹਿਬ ਭਾਈ ਲਹਿਣਾ ਜੀ ਨੂੰ ਗੁਰਗੱਦੀ ਦੇ ਕੇ ਗੁਰੂ ਅੰਗਦ ਥਾਪਦੇ ਨੇ ਤੇ ਫਿਰ ਉਹ ਉਹਨਾਂ ਦੇ ਚੇਲਾ ਬਣ ਕੇ ਹੀ ਆਏ, ਭਾਈ ਲਹਿਣਾ ਜੀ ਸਿੱਖ ਬਣ ਕੇ। ਔਰ ਜਦੋਂ ਗੁਰੂ ਨਾਨਕ ਉਹਨਾਂ ਦੇ ਅੰਦਰ ਬੈਠ ਜਾਂਦੇ ਨੇ ਤਾਂ ਉਹਨਾਂ ਦੇ ਅੱਗੇ ਸੀਸ ਝੁਕਾ ਦਿੰਦੇ ਨੇ। ਸੋ ਇਹ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨਹੀਂ, ਔਰ ਸਹਿ ਟਿੱਕਾ ਦਿੱਤੋਸ ਜੀਵਦਿਆ, ਇਹ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਕਾਲ ਦੇ ਵਿੱਚ ਹੀ ਜਿਹੜੀ ਹੈ ਭਾਈ ਲਹਿਣਾ ਜੀ ਦੇ ਸਿਰ ਤੇ ਉਹ ਦਿਓਰੀ ਫਿਰਦੀ ਹੈ। ਔਰ ਭਾਈ ਲਹਿਣਾ ਜੀ ਜਿਹੜੇ ਨੇ ਉਹ ਗੁਰੂ ਰੂਪ ਹੋ ਕੇ, ਅੰਗਦ ਲਫ਼ਜ਼ ਵੀ ਉਹਨਾਂ ਦਾ ਆਇਆ ਕਿ ਗੁਰੂ ਨਾਨਕ ਦੇ ਅੰਗ ਨਾਲ ਲੱਗ ਕੇ, ਗੁਰੂ ਨਾਨਕ ਦੀ ਗਲਵੱਕੜੀ ਚ ਆ ਕੇ ਉਹ ਗੁਰੂ ਨਾਨਕ ਹੋ ਗਏ, ਅੰਗਦ ਹੋ ਗਏ, ਉਹਨਾਂ ਦਾ ਹੀ ਅੰਗ ਬਣ ਗਏ। ਔਰ ਇਵੇਂ ਹੀ ਜਿਹੜਾ ਗੁਰੂ ਅੰਗਦ ਦੇਵ ਜੀ ਨੇ ਜਦੋਂ ਗੁਰੂ ਅਮਰਦਾਸ ਜੀ ਦੇ ਅੱਗੇ ਸਿਰ ਝੁਕਾਇਆ, ਔਰ ਇਹ ਵੀ ਗੁਰੂ ਨਾਨਕ ਜੋਤ, ਔਰ ਇਸ ਨੂੰ ਹੀ ਫਿਰ ਜਦੋਂ ਰਾਏ ਸੱਤੇ ਤੇ ਬਲਵੰਡ ਨੇ ਬਿਆਨਿਆ ਕਿ ਜੋਤ 오ਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ, ਕਿ ਉਹੀ ਜੋਤ ਹੈ, ਗੁਰੂ ਨਾਨਕ ਜੋਤ ਹੈ, ਉਹੀ ਜੁਗਤ ਹੈ, ਉਹੀ ਮੈਸੇਜ ਹੈ, ਉਹੀ ਵੇ ਆਫ ਲਾਈਫ ਹੈ। ਕਾਇਆ ਬਾਡੀ ਨੂੰ ਕਹਿੰਦੇ ਨੇ, ਸਿਰਫ ਜਿਹਨੂੰ ਅਸੀਂ ਜਾਮਾ ਬਦਲਣਾ ਕਹਿੰਦੇ ਆ, ਜਾਮਾ ਪਹਿਰਾਵਾ ਹੈ, ਤੁਸੀਂ ਇੱਕ ਡਰੈਸ ਬਦਲਿਆ ਦੂਜਾ, ਇਵੇਂ ਹੀ ਬਾਡੀ ਬਦਲੀ ਹੈ। ਜੋਤ 9ਵੇਂ ਪਾਤਸ਼ਾਹ ਤੋਂ 10ਵੇਂ ਪਾਤਸ਼ਾਹ ਤੱਕ ਪਹੁੰਚ ਜਾਂਦੀ ਹੈ ਤੇ 10ਵੇਂ ਪਾਤਸ਼ਾਹ ਇਹ ਜਦੋਂ ਆਪੇ ਗੁਰਚੇਲਾ ਦੀ ਗੱਲ, ਤਾਂ ਅਨੰਦਪੁਰ ਸਾਹਿਬ ਦੀ ਉਸ ਧਰਤੀ ਤੇ ਜਦੋਂ ਖਾਲਸਾ ਪੰਥ ਪ੍ਰਗਟ ਹੁੰਦਾ ਔਰ ਆਪਣੇ ਸਾਜੇ 5 ਪਿਆਰਿਆਂ ਦੇ ਅੱਗੇ ਗੁਰੂ ਕਲਗੀਧਰ ਪਾਤਸ਼ਾਹ ਆਪ ਉਹਨਾਂ ਤੋਂ ਅੰਮ੍ਰਿਤ ਦੀ ਦਾਤ ਮੰਗਦੇ ਨੇ, ਔਰ ਉਹ 5 ਦੇ ਸਾਹਮਣੇ ਸੀਸ ਝੁਕਾ ਕੇ ਗੁਰੂ ਰੂਪ ਜਾਣ ਕੇ, ਔਰ ਇਹੀ ਵਰਤਾਰਾ ਆਪੇ ਗੁਰਚੇਲਾ, ਸਿਰਫ ਅਨੰਦਪੁਰ ਸਾਹਿਬ ਦੇ ਵਿੱਚ ਹੀ ਇਹ ਫੈਸਲਾ ਹੋ ਜਾਂਦਾ ਹੈ ਕਿ ਜਿਹੜੀ ਅੱਗੋਂ ਵਾਰਸ ਹੈ ਗੁਰੂ ਕਲਗੀਧਰ ਪਾਤਸ਼ਾਹ ਦੇ ਟੈਂਪੋਰਲ ਵਰਲਡ ਦੇ ਵਿੱਚ, ਉਹ ਗੁਰੂ ਖਾਲਸਾ ਨੇ। ਔਰ ਜ਼ਾਹਰ ਹੈ ਕਿ ਜਦੋਂ 10ਵੇਂ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ 1708 ਦੇ ਵਿੱਚ, ਤੇ ਅਬਚਲ ਨਗਰ ਹਜ਼ੂਰ ਸਾਹਿਬ ਦੀ ਧਰਤੀ ਤੇ ਉਹਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸੀਸ ਝੁਕਾਉਂਦੇ ਆ। ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 5 ਸਿੰਘ ਖੜੇ ਨੇ, ਉਹਨਾਂ ਦੇ ਨਾਮ ਵੀ ਇਤਿਹਾਸ 'ਚ ਨੇ। ਔਰ ਇਹ ਗੁਰੂ ਗ੍ਰੰਥ ਔਰ ਗੁਰੂ ਪੰਥ, ਜਿਸ ਨੂੰ ਜਿਹੜਾ ਡਬਲ ਸੋਵਰਨਿਟੀ, ਔਰ ਇਹ ਜਿਹੜਾ ਕਾਨਸੈਪਟ ਹੈ ਜਿਹਦੇ 'ਚ ਕਿ ਗੁਰੂ ਗ੍ਰੰਥ ਦੇ ਲੜ ਗੁਰੂ ਪੰਥ ਹੈ, ਔਰ ਗੁਰੂ ਪੰਥ ਨੇ ਗੁਰੂ ਗ੍ਰੰਥ ਦੀ ਅਗਵਾਈ 'ਚ ਚੱਲਣਾ, ਪਰ ਗੁਰੂ ਪੰਥ ਦੁਨਿਆਵੀ ਫੈਸਲੇ ਲੈਣ ਦੇ ਸਮਰੱਥ ਹੈ। ਔਰ ਇਹੀ ਚਮਕੌਰ ਦੀ ਗੜੀ 'ਚ ਵੀ ਫਿਰ 5 ਸਿੰਘਾਂ ਦਾ ਬੇਨਤੀਨੁਮਾ ਹੁਕਮ ਮੰਨ ਕੇ 10ਵੇਂ ਪਾਤਸ਼ਾਹ ਚਮਕੌਰ ਦੀ ਗੜੀ 'ਚੋਂ ਨਿਕਲਦੇ ਨੇ। ਸੋ ਜਦੋਂ ਅਸੀਂ ਗੁਰੂ ਸਾਹਿਬ ਦਾ ਅਨੰਦਪੁਰ ਸਾਹਿਬ ਦਾ ਮੁਕਾਮ, ਉਹਨਾਂ ਦਾ ਉਹ ਪੀਰੀਅਡ ਜਦੋਂ ਕਿ ਉਹ ਉੱਥੇ ਸਤਲੁਜ ਦਾ ਕੰਢਾ, ਹੁਣ ਗੰਗਾ ਦੇ ਕੰਢੇ ਇੱਕ ਕੌਤਕ ਨੇ, ਤੇ ਇੱਥੇ ਉਸੇ ਹੀ ਸਤਲੁਜ ਦੇ ਕੰਢੇ ਉੱਥੇ ਉਹ ਕ੍ਰਿਸ਼ਮਾ ਜਿਹੜਾ ਕਿ ਅੰਮ੍ਰਿਤ ਛਕਾਣ ਦੇ ਰੂਪ ਦੇ ਵਿੱਚ ਸਾਹਮਣੇ ਆਉਂਦਾ ਹੈ, ਕਿਵੇਂ ਉਸ ਸਾਰੇ ਨੇ ਫਿਰ ਉਸ ਖਿੱਤੇ ਦੇ ਇਤਿਹਾਸ ਨੂੰ ਬਦਲਿਆ। ਇਨਸਾਨੀ ਇਤਿਹਾਸ ਦੇ ਵਿੱਚ ਕਿੰਨਾ ਵੱਡਾ ਕ੍ਰਿਸ਼ਮਾ, ਜਦੋਂ ਅਸੀਂ ਮਿਰੈਕਲ ਲਫ਼ਜ਼ ਕਹਿੰਦੇ ਹਾਂ ਤੇ ਇਹ ਸਿਰਫ ਇਹੀ ਨਹੀਂ ਹੁੰਦਾ ਜਿਹਨੂੰ ਇੱਕ ਜਾਦੂਗਰੀ ਅੰਦਾਜ਼ ਦੇ ਵਿੱਚ ਕੀਤਾ ਜਾਂਦਾ, ਇਹ ਹੈ ਜਿੱਥੇ ਧਰਤੀ ਦਾ ਖਮੀਰ ਬਦਲਿਆ ਜਾਂਦਾ ਹੈ, ਜਿੱਥੇ ਲੋਕਾਂ ਦੀ ਜ਼ਹਿਨੀਅਤ ਬਦਲੀ ਜਾਂਦੀ ਹੈ, ਜਿੱਥੇ ਸਦੀਆਂ ਤੋਂ ਮਿਲੇਨੀਅਮਸ ਤੋਂ ਜਿਹੜੀ ਗੁਲਾਮੀ ਅੰਦਰ ਵੜੀ ਹੋਈ ਹੈ, ਉਸ ਨੂੰ ਤਲਵਾਰ ਦੀ ਧਾਰ ਦੇ ਉੱਤੇ ਕੱਟ ਕੇ ਉੱਥੇ ਪਿਆਰ ਦਾ ਜਿਹੜਾ ਉਹ ਫਾਊਂਟੇਨ, ਪਿਆਰ ਦਾ ਚਸ਼ਮਾ ਗੁਰੂ ਜਿਹੜੇ ਨੇ ਲਾਉਂਦੇ ਨੇ। ਔਰ ਉਹ ਅਨੰਦਪੁਰ ਦੀ ਧਰਤੀ ਜਿਹਦਾ ਸੱਚਮੁੱਚ ਹੀ ਸਿਟੀ ਆਫ ਬਲਿਸ, ਅੰਗਰੇਜ਼ੀ ਜਦੋਂ ਅਸੀਂ ਟਰਾਂਸਲੇਟ ਕਰਾਂਗੇ, ਉਹ ਸਿਟੀ ਆਫ ਬਲਿਸ ਹੈ, ਜਿੱਥੇ ਜ਼ਿੰਦਗੀ ਦੇ ਸਾਰੇ ਰੰਗ ਮੁਕੰਮਲ ਰੂਪ ਦੇ ਵਿੱਚ ਪ੍ਰਫੁੱਲਤ ਹੁੰਦੇ ਨੇ, ਮੂਰਤੀਮਾਨ ਹੁੰਦੇ ਨੇ। ਭਾਈ ਨੰਦ ਲਾਲ ਦੀ ਕਲਮ ਚੱਲ ਰਹੀ ਹੈ, ਭਾਈ ਕਨਈਆ ਦੀ ਪਾਣੀ ਦੀ ਮਸ਼ਕ, ਸੱਜਣ ਔਰ ਦੁਸ਼ਮਣ ਸਭ ਨੂੰ ਗਲ ਨਾਲ ਲਾਉਣ ਦਾ
ਸੁਨੇਹਾ ਦੇ ਰਹੀ ਹੈ। ਭਾਈ ਬਚਿੱਤਰ ਸਿੰਘ ਦੀ ਨਾਗਣੀ ਹੰਕਾਰੀਆਂ ਦੇ ਹੰਕਾਰ ਤੋੜ ਰਹੀ ਹੈ ਔਰ ਸਾਰੇ ਹੀ ਆਪਣੇ ਪ੍ਰੀਤਮ ਪਿਤਾ ਨੂੰ ਰਿਝਾ ਰਹੇ ਨੇ। 52 ਕਵੀ ਵੀ ਨੇ ਔਰ ਜਦੋਂ ਅਸੀਂ ਆਰਟ, ਪੋਇਟਰੀ ਔਰ ਇਹ ਫਿਲੈਂਥਰੋਪੀ ਦੀ ਗੱਲ ਕਰਦੇ ਹਾਂ ਤੇ 10ਵੇਂ ਪਾਤਸ਼ਾਹ ਕਿਵੇਂ ਇੱਕ ਸ਼ਾਇਰ ਜਿਸ ਦੇ ਇੱਕ ਸ਼ੇਅਰ ਦੇ ਉੱਤੇ ਕਿੰਨੀਆਂ ਵੱਡੀ ਗਿਣਤੀ 'ਚ ਮੋਹਰਾਂ ਉਸ ਤੋਂ ਕੁਰਬਾਨ ਕਰ ਦਿੰਦੇ ਨੇ। ਇਹ ਆਪਣੀ ਜਿਹੜੀ ਕੌਮ ਜਿਹੜੀ ਗੁਰੂ ਨਾਨਕ ਸਾਹਿਬ ਦੇ ਥਾਟ ਦੇ ਨਾਲ, ਜਿਸ ਦਾ ਨਾਨਕ ਦੇ ਨਾਲ ਜਦੋਂ ਇਹ ਗੱਲ ਜੁੜਦੀ ਹੈ ਕਿ ਭਾਈ ਉਹਨਾਂ ਨੇ ਭੱਟਾਂ ਨੇ ਜਦੋਂ ਇਹ ਭਾਈ ਸੱਤੇ ਬਲਵਾਨ ਨੇ ਯਾਦ ਦਹਾਨੀ ਕਰਵਾਈ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਔਰ ਭਾਈ ਗੁਰਦਾਸ ਜੀ ਨੇ ਜਿਹੜੀ ਯਾਦ ਦਹਾਨੀ ਕਰਵਾਈ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਜਾਂ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ, ਜਾਂ ਭੱਟਾਂ ਦੇ ਸਵਈਆਂ 'ਚ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਈ। ਹੁਣ ਇਹ ਹੀ ਉੱਤਮ ਪੰਥ, ਇਹੀ ਉਹ ਪੰਥ ਨਿਰਮਲ ਪੰਥ, ਇਹੀ ਨਵਾਂ ਸਿੱਕਾ ਫਿਰ ਖਾਲਸਾ ਪੰਥ ਦੇ ਰੂਪ ਦੇ ਵਿੱਚ ਜਦੋਂ 1699 ਈਸਵੀ ਦੀ ਵਿਸਾਖੀ ਨੂੰ ਉਸ ਦੇ ਉੱਤੇ ਫਾਈਨਲ ਸਟੈਂਪ ਲੱਗਦੀ ਹੈ ਤੇ ਇਸ ਆਨੰਦਪੁਰ ਦੀ ਧਰਤੀ ਨੇ ਉਹ ਸਾਰੇ ਜਲਵੇ ਦੇਖੇ ਨੇ। ਇਸ ਦੀ ਫਿਜ਼ਾ ਦੇ ਵਿੱਚ ਪੋਇਟਰੀ ਵੀ ਗੂੰਜੀ ਹੈ, ਇੱਥੇ ਇਨਸਾਨੀ ਸੇਵਾ ਦਾ ਵੀ ਹੈ, ਇੱਥੇ ਹੰਕਾਰੀਆਂ ਦੇ ਹੰਕਾਰ ਵੀ ਟੁੱਟੇ ਨੇ। ਔਰ 14 ਜੰਗਾਂ ਜੋ 10ਵੇਂ ਪਾਤਸ਼ਾਹ ਨੇ ਲੜੀਆਂ, ਅਖੀਰਲੀ ਜੰਗ ਹੈ 2 ਜੰਗਾਂ, ਖਿਦਰਾਣੇ ਦੀ ਢਾਬ ਔਰ ਚਮਕੌਰ ਦੀ ਜੰਗ ਜਾਂ ਸਰਸਾ ਦਾ ਕੰਢਾ। ਬਾਕੀ ਉਸ ਧਰਤੀ ਦੇ ਉੱਤੇ ਹੀ ਜਿਹੜਾ ਹੈ ਗੁਰੂ ਸਾਹਿਬ ਨੇ ਉਹ ਕ੍ਰਿਸ਼ਮਾ ਕਰਕੇ ਦਿਖਾਇਆ ਕਿ ਕਿੱਥੇ ਉਹ ਲੋਕ ਜਿਨ੍ਹਾਂ ਦਾ ਇਹ ਕਹਿਣਾ ਸੀ ਕਿ ਕਾਮ ਹਮਾਰਾ ਤੋਲੇ ਤਕੜੀ, ਨੰਗੀ ਕਰਦ ਕभी नहीं पकड़ी, चिड़ी उड़े डर से मर जाए, मुगलन स्यों कैसे लड़ पाए। ਉਹ ਲੋਕ ਸਦੀਆਂ ਦੀ ਗੁਲਾਮੀ, ਇੱਕ ਬ੍ਰਾਹਮਣਵਾਦ ਦੀ ਗੁਲਾਮੀ, ਨੀਵੀਂ ਜਾਤ, ਸ਼ੂਦਰ, ਜਿਹਨੂੰ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਆਹ ਸ਼ੂਦਰ ਕੇ लिए हिंदुस्तान गम खाना है, दर्द इंसानी से इस बस्ती का दिल बेगाना है। दर्द इंसानी नहीं है ਜਿਹਦੇ ਬਾਹਮਣ ਦੇ ਕੋਲ, ਔਰ ਉਸ ਦੇ ਲਈ ਗਮ ਖਾਨਾ ਬਣਾਇਆ ਹੋਇਆ। ਤੇ ਜੇ ਅਸੀਂ ਉਹ 5 ਗੁਰੂ ਕੇ ਲਾਲ, ਗੁਰੂ ਕੇ ਪਿਆਰੇ ਜਿਹੜੇ ਨਿਕਲਦੇ ਨੇ ਲਾਹੌਰ ਤੋਂ, ਹਸਤਨਾਪੁਰ ਦਿੱਲੀ ਤੋਂ, ਜਗਨਨਾਥਪੁਰੀ ਤੋਂ, ਦਵਾਰਕਾ ਤੋਂ, ਕਰਨਾਟਕਾ ਤੋਂ, ਤੇ ਜੇ ਤੁਸੀਂ ਉਸ ਪਿਛੋਕੜ 'ਚ ਦੇਖਦੇ ਹੋ ਕੋਈ ਨਾਈ ਪਿਛੋਕੜ ਤੋਂ ਨੇ, ਕੋਈ ਜੱਟ ਨੇ, ਕੋਈ ਝੂਰ ਨੇ, ਔਰ ਇਹ ਸਾਰੇ 'ਚ ਜਦੋਂ ਤੁਸੀਂ ਦੇਖਦੇ ਹੋ ਕਿ ਕਿੰਨਾ ਵੱਡਾ ਕ੍ਰਿਸ਼ਮਾ ਹੁੰਦਾ ਹੈ। ਔਰ ਉਸ ਕ੍ਰਿਸ਼ਮੇ ਨੂੰ ਜਦੋਂ ਅਸੀਂ ਗੁਰੂ ਸਾਹਿਬ ਨੇ ਪਰਸ਼ੀਅਨ ਦੇ ਵਿੱਚ ਵੀ ਜਦੋਂ ਜ਼ਫਰਨਾਮੇ 'ਚ ਫਰਮਾਇਆ ਕਿ ਮਨ ਆਂਕ ਨੂੰ ਬੇਆਫਜ਼ਾਲੇ ਪੁਰਸ਼ੇ ਅਕਾਲ, ਕੁਨਬ ਜੇ ਆਬ ਆਹਿਨ ਚੁਨਾ ਬਰਗਸ਼ਾਲ। ਔਰ ਇਸ ਨੂੰ ਉਸ ਵੇਲੇ ਦੇ ਇੱਕ ਸ਼ਾਇਰ ਨੇ ਜਦੋਂ ਬਿਆਨਿਆ ਕਿ ਲੋਹੇ ਕੇ ਬਰਤਨ में पानी भरा तो पानी में लोहे का खंडा धरा, हिलाया जो वो खंडा मैंने जरा तो पानी में लोहे का जहर घुला, नजर आए कतरे मचलते हुए, उभरते हुए और उछलते हुए, एक एक कतरा दरियाए जोशो खरोश, एक तूफान महशर बदोश, एक मौज में नहर आए इनकलाब, एक मौज में जर्राए आफताब। जब इन कतरों पे मैंने डाली नज़र तो देखा शजाहत का उनमें असर, हर एक कतरा जलवाए ज़िंदगी, हर एक कतरा नूर ता बंदगी, हवेदा हुए ज़िंदगी के नुकात। ये था आबे आहिन के आबे हयात, इस अमृत से बरसात होने लगी, मुहंग अफसरदा कलियों के धोने लगी। इस अमृत से एक बूंद चिड़िया ने पी, पकड़ ली उस जुबान शाहबाज की। कि उस चिड़ी ने एक घुट उस अमृत चो पीता है। किवें उस धरती का खमीर बदलिया, उस धरती का कल्चर बदलिया। और ये एवें नहीं कहा गया कि चिड़ियों से मैं बाज लड़ाऊं। ये नहीं है कि चिड़ी नूं बाज बना दिता, ये नहीं है। उदी स्पीशीज़ नहीं बदली है। चिड़ी दे अंदर वो दमखम पैदा किया कि वो आसमान उदा भी है, जिहड़ा बाज नहीं वो ये हक रखता कि वो बाकी सारिਆਂ ਦੇ ਉੱਤੇ ਜਿਹੜਾ ਹਾਵੀ ਹੋਏ। ਇੱਥੇ ਇਸੇ ਲਈ 10ਵੇਂ ਪਿਤਾ ਦਾ ਬਾਜ ਵੀ ਹੈ। ਅਸੀਂ ਜਦੋਂ ਯਾਦ ਕਰਦੇ ਹਾਂ
ਸ਼ਮਸ਼ੀਰੇ ਬਹਾਦਰ, ਨੀਲੇ ਦੇ ਸ਼ਾਹ ਸਵਾਰ ਬਾਜਾਂ ਵਾਲੇ। ਪਰ ਗੁਰੂ ਕਲਗੀਧਰ ਪਾਤਸ਼ਾਹ ਦਾ ਬਾਜ ਚਿੱਟੇ ਰੰਗ ਦਾ ਹੈ, ਜਿਹੜਾ ਯਾਦ ਦਹਾਨੀ ਕਰਵਾਉਂਦਾ ਹੈ ਕਿ ਅਸਮਾਨਾਂ ਦੇ ਅੰਦਰ ਵੀ ਅਮਨ ਹੋਏ, ਧਰਤੀ ਦੇ ਉੱਤੇ ਵੀ ਅਮਨ ਹੋਏ, ਪਾਣੀਆਂ ਦੇ ਵਿੱਚ ਵੀ ਅਮਨ ਹੋਏ, ਕਿਉਂਕਿ ਇਹ ਕਬੀਰ ਧਰਤੀ ਸਾਧ ਕੀ ਤਸਕਰ ਬੈਸੈ ਗਾਹੇ। ਇਹ ਚੋਰਾਂ ਲਈ ਨਹੀਂ ਹੈ, ਇਹ ਭਲੇ ਲੋਕਾਂ ਦੀ ਧਰਤੀ ਹੈ ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇੱਥੇ ਧਰਮ ਦੀ ਗੱਲ ਹੋਣ ਲਈ ਹੈ, ਇਸ ਲਈ ਸਾਧ ਸਮੂਹ ਪ੍ਰਸੰਨ ਫਿਰੈ ਜਗ। 10ਵੇਂ ਪਾਤਸ਼ਾਹ ਦਾ ਹੀ ਫਰਮਾਨ ਹੈ ਕਿ ਭਾਈ ਇਹ ਜਿਹੜਾ ਐਸਾ ਸਿਸਟਮ ਜਿੱਥੇ ਭਲੇ ਲੋਕ ਬਿਲਕੁਲ ਬੇਪਰਵਾਹ ਹੋ ਕੇ ਜਿਹੜਾ ਉਹ ਵਿਚਰ ਸਕਣ, ਦੀਨਨ ਕੀ ਪ੍ਰਤਪਾਲ ਕਰੇ, ਕਿਉਂਕਿ ਉਹ ਰੱਬ ਦਾ ਬਿਰਧ ਹੈ ਕਿ ਉਹਨੇ ਦੀਨਾਂ ਦੇ ਨਾਲ ਦੀਨਾਂ ਦੀ ਪ੍ਰਤਪਾਲਨਾ ਕਰਨੀ ਹੈ। ਔਰ ਇਹੀ ਯਾਹੀ ਕਾਜ ਧਰਾ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨਮੰ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਬਨ ਕੋ ਮੂਲ ਉਪਾਰਨ। ਕਿ ਸੱਚ ਹੱਕ ਇਨਸਾਫ ਦੀਆਂ ਕਦਰਾਂ ਦੀ ਨੂੰ ਐਸਟੈਬਲਿਸ਼ ਕਰਨਾ ਆਨੰਦਪੁਰ ਦੀ ਧਰਤੀ ਨੇ ਉਹ ਸਾਰੇ ਜਲਵੇ ਦੇਖੇ। ਕੁਰਬਾਨੀ ਅਸੀਂ ਸਾਰਾ ਦਸੰਬਰ ਦਾ ਮਹੀਨਾ ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਤਾ ਗੁਜਰੀ ਜੀ ਦੀ ਸ਼ਹਾਦਤ, ਔਰ ਕਿਵੇਂ ਉਸ ਸਾਰੇ ਦੇ ਉੱਤੇ ਵਿਚਾਰ ਕੀਤੀ ਹੈ। ਲੇਕਿਨ ਇਹ ਕ੍ਰਿਸ਼ਮਾ ਕਿਵੇਂ ਇੱਕ ਇੱਕ ਧਰਤੀ, ਸਤਲੁਜ ਦੇ ਕੰਢੇ ਨੇ, ਆਨੰਦਪੁਰ ਦੀ ਧਰਤੀ ਨੇ, ਸਰਸਾ ਦੇ ਕੰਢੇ ਨੇ, ਚਮਕੌਰ ਦੀ ਗੜੀ ਨੇ, ਉਹ ਕ੍ਰਿਸ਼ਮੇ ਦੇਖੇ। ਔਰ ਜੇ ਅਸੀਂ ਇੱਕ ਪਲ ਲਈ ਪੌਂਟੇ ਦੀ ਧਰਤੀ ਵੱਲ ਆ ਜਾਈਏ, ਪੌਂਟਿਕਾ ਜਮਨਾ ਦਾ ਉਹ ਕੰਢਾ ਜਿੱਥੇ ਲਗਭਗ 2.5 ਸਾਲ ਗੁਰੂ ਕਲਗੀਧਰ ਪਾਤਸ਼ਾਹ ਨੇ ਉਸ ਨੂੰ ਵਸਾਇਆ। ਪੌਂਟਾ ਸਾਹਿਬ ਉਹਨਾਂ ਦਾ ਘੋੜਾ ਜਿਹੜਾ ਉਹ ਉਸ ਨੇ ਪੌੜ ਰੋਕਿਆ ਔਰ ਇੱਕ ਬੜੀ ਰਮਣੀਕ ਥਾਂ ਤੇ ਗੁਰੂ ਸਾਹਿਬ ਨੇ ਕਿਹਾ ਵੀ ਇੱਥੇ ਜਿਹੜਾ ਉਹ ਟੈਂਟ ਲਾ ਦਿਓ ਔਰ ਇੱਥੇ ਹੀ ਹੁਣ ਅਸੀਂ ਰਵਾਂਗੇ। ਔਰ ਕਿਵੇਂ ਔਰ ਪਹਿਲੀ ਜੀਵਨ ਦੀ ਉਹਨਾਂ ਦੀ ਜੰਗ ਜਿਹੜੀ 22 ਧਾਰ ਦੇ ਪਹਾੜੀ ਰਾਜਿਆਂ ਦੇ ਖਿਲਾਫ ਭੰਗਾਣੀ ਦਾ ਉਹ ਮੈਦਾਨ ਜਿਹੜਾ ਉਸ ਪੌਂਟਾ ਸਾਹਿਬ ਦੀ ਧਰਤੀ ਤੋਂ ਥੋੜੀ ਜਿਹਾ ਅੱਗੇ ਉਸ ਥਾਂ ਦੇ ਉੱਤੇ ਜੰਗ ਹੁੰਦਾ ਹੈ। ਹੁਣ ਇਹ ਜਮਨਾ ਦਾ ਕੰਢ ਹੈ, ਪੌਂਟਾ ਸ਼ਹਿਰ ਜਿਹੜਾ ਹੈ ਬਿਲਕੁਲ ਜਮਨਾ ਦੇ ਕੰਢੇ। ਔਰ ਕ੍ਰਿਸ਼ਮੇ ਜਦੋਂ ਅਸੀਂ ਇਤਿਹਾਸ ਦੀਆਂ ਉਹਨਾਂ ਝਾਕੀਆਂ ਵੱਲ ਦੇਖਦੇ ਔਰ ਬਚਿੱਤਰ ਨਾਟਕ ਜਦੋਂ 10ਵੇਂ ਪਾਤਸ਼ਾਹ ਨੇ ਭੰਗਾਣੀ ਦੇ ਯੁੱਧ ਨੂੰ ਵੀ ਬਿਆਨ ਕੀਤਾ ਕਿ ਇੱਕ ਪਾਸੇ ਇੱਕ ਹਯਾਤ ਖਾਨ, ਬੇਸ਼ੱਕ ਪੀਰ ਬੁੱਧੂ ਸ਼ਾਹ ਨੇ 5 ਪਠਾਨ ਜਿਨ੍ਹਾਂ ਦੇ ਨਾਲ 100 ਸੋਲਜਰ ਸੀ ਭੇਜੇ, ਇੱਕ ਲਾਇਲ ਰਿਹਾ 100 ਨਾਲ, ਬਾਕੀ 4 ਜਿਹੜੇ ਨੇ ਉਹ ਰਲ ਗਏ ਜਾ ਕੇ ਉਹਨਾਂ ਦੇ ਨਾਲ ਪਹਾੜੀ ਰਾਜਿਆਂ ਦੇ ਨਾਲ। ਔਰ ਬਾਅਦ ਦੇ ਵਿੱਚ ਪੀਰ ਬੁੱਧੂ ਸ਼ਾਹ ਆਪਣੇ ਪੁੱਤਰਾਂ ਔਰ ਮੁਰੀਦਾਂ ਦੇ ਨਾਲ ਆਇਆ, ਉਹਨਾਂ ਦੇ 3 ਪੁੱਤਰ ਔਰ ਮੁਰੀਦ ਵੀ ਸ਼ਹੀਦ ਹੋਏ ਉਸ ਜੰਗ ਦੇ ਵਿੱਚ। ਲੇਕਿਨ ਜਿਹੜਾ ਵਾਕਿਆ ਇਤਿਹਾਸ ਨੂੰ ਇੱਕ ਨਵੀਂ ਪਛਾਣ ਦੇਣ ਦਾ ਹੈ, ਹੁਣ ਜਮਨਾ ਦਾ ਕੰਢਾ ਹੀ ਹੈ। ਜਦੋਂ ਤੁਸੀਂ ਕ੍ਰਿਸ਼ਨ ਜੀ ਦੀ ਗੱਲ ਪੜ੍ਹਦੇ ਹੋ, ਸੁਣਦੇ ਹੋ, ਤੇ ਉਹੀ ਬ੍ਰਜਬਾਲਾ, ਉਹੀ ਗੋਪੀਆਂ, ਉਹੀ ਜਮਨਾ ਦੇ ਕੰਢੇ ਬਿੰਦਰਾਬਨ, ਮਥੁਰਾ, ਕ੍ਰਿਸ਼ਨ ਜੀ ਮਾਰ ਕੇ ਗਲੇਲਾ ਜਿਹੜਾ ਉਹ ਗੋਪੀਆਂ ਦੀਆਂ ਜਿਹੜਾ ਉਹ ਮਟਕੀਆਂ ਫੋੜ ਰਹੇ ਨੇ, ਉਹੀ ਮੱਖਣ ਦੀ ਜਿਹੜਾ ਉਹ ਲੈ ਕੇ ਜਾ ਰਹੀਆਂ, ਉਹ ਜਿਹੜਾ ਉਹ ਮਟਕੀਆਂ ਉਹਨਾਂ ਚੋਂ ਚੋਰੀ ਕਰ ਰਹੇ ਨੇ, ਮੱਖਣ ਖਾ ਰਹੇ ਨੇ ਔਰ ਉਹ ਮਟਕੀਆਂ ਫੋੜ ਰਹੇ ਨੇ। ਹੁਣ ਦਿਲਚਸਪ ਹੈ ਕਿ ਜਦੋਂ ਇਸ ਜੰਗ ਨੂੰ ਬਿਆਨਦਿਆਂ ਉਹਨਾਂ ਨੇ ਹਯਾਤ ਖਾਨ ਦਾ ਜ਼ਿਕਰ ਕੀਤਾ ਕਿ ਉਹਦੇ ਸਾਹਮਣੇ ਇੱਕ ਫਕੀਰ ਜਿਹੜਾ ਉਦਾਸੀ, ਜਿਸ ਨੂੰ ਕਿਰਪਾਲ ਦਾਸ ਜੀ ਦਾ ਨਾਂ ਆਉਂਦਾ, ਉਸ ਨੂੰ ਉਹਦੇ ਹੱਥ 'ਚ ਵੱਡਾ ਡੰਡਾ ਹੈ। ਔਰ ਉਹਨੇ ਜਦੋਂ ਹਯਾਤ ਖਾਨ ਸਾਹਮਣੇ ਆਇਆ ਤੇ ਉਹ ਹੱਸਿਆ ਕਿ ਵੀ ਆ ਸਾਧ ਇਹਨੇ ਕੀ ਕਰਨਾ ਹੈ। ਉਹਨੇ ਹੱਸ ਰਿਹਾ ਔਰ ਉਹਨੇ ਸਾਧ ਨੇ ਆਪਣੇ ਦੋਵੇਂ ਪੈਰ ਰਕਾਬਾਂ 'ਚ ਫਸਾ ਕੇ ਉਹ ਕੁਤਕਾ ਕਹਿੰਦੇ ਨੇ ਉਹਦੇ ਸਿਰ 'ਚ ਮਾਰਿਆ ਔਰ ਉਹਦੇ ਸਿਰ 'ਚੋਂ ਜਿਹੜੀ ਮਿੱਝ ਹੈ ਉਹ ਬਾਹਰ ਨਿਕਲੀ। ਔਰ ਗੁਰੂ ਸਾਹਿਬ ਨੇ ਬਿਆਨਿਆ ਕਿ ਇਹ ਉਹਦੇ ਸਿਰ 'ਚੋਂ ਨਿਕਲੀ ਮਿੱਝ ਇਵੇਂ ਹੀ ਸੀ ਮਾਨੋ ਜਮਨਾ ਦੇ ਕੰਢੇ ਕ੍ਰਿਸ਼ਨ ਨੇ ਕਿਸੇ ਗੋਪੀ ਦੀ ਮਟਕੀ ਫੋੜ ਦਿੱਤੀ ਹੋਏ ਔਰ ਉਹਦੇ 'ਚੋਂ ਜਦੋਂ ਮੱਖਣ ਨਿਕਲ ਕੇ ਬਾਹਰ ਡਿੱਗਦਾ। ਹੁਣ ਇਹ ਯਾਦ ਦਹਾਨੀ ਹੈ ਕਿ ਭਾਈ ਇੱਥੇ ਇਹ ਲੀਲਾਵਾਂ ਵਾਲਾ ਵਕਤ ਨਹੀਂ ਹੈ ਕਿ ਤੁਸੀਂ ਉਹ ਲੀਲਾ ਔਰ ਬ੍ਰਿਜਬਾਲਾ ਤੇ ਉਹ ਬਿੰਦਰਾਬਨ ਮੇ ਪਾਰ ਜਾਤ ਗੋਪੀ ਲੈ ਆਇਆ, ਬਿੰਦਰਾਬਨ ਮੇ ਰੰਗ ਕੀ ਹੈ। ਇੱਥੇ ਹੁਣ ਜਿਹੜੇ ਰੰਗ ਹੋਣਗੇ ਉਹ ਰੰਗ ਗੁਲਾਮੀ ਦੇ ਸੰਗਲ ਕੱਟਣ ਦੇ ਨੇ, ਉਹ ਗੈਰਤ ਦੇ ਨੇ, ਉਹ ਅਣਖ ਦੇ ਨੇ। ਔਰ ਜਿਨ੍ਹਾਂ ਦੇ ਹੱਥ 'ਚ ਕਦੇ ਵੀ ਜਿਹੜਾ ਉਹ ਉਹਨਾਂ ਦੀ ਹਿੰਮਤ ਹੀ ਨਹੀਂ ਸੀ ਹੁੰਦੀ ਕਿ ਬਈ ਉਹ ਜ਼ੁਲਮ ਨੂੰ ਵੰਗਾਰ ਸਕਣ, ਇਹ ਉਸੇ ਹੀ ਜਮਨਾ ਦੇ ਕੰਢੇ ਕ੍ਰਿਸ਼ਨ ਜਿਹੜਾ ਗੋਪੀਆਂ ਦੀ ਮਟਕੀ ਫੋੜਦੇ ਨੇ ਤੇ ਇੱਥੇ ਜਮਨਾ ਦੇ ਕੰਢੇ ਸਧਾਰਨ ਬੰਦੇ ਗੁਰੂ ਦਾ ਥਾਪੜਾ ਲੈ ਕੇ ਯੋਧਿਆਂ ਨੂੰ ਲਲਕਾਰਦੇ ਨੇ। ਇਹ ਜੀਵਨ ਲੀਲਾ ਔਰ ਇਹ ਸਾਰੇ ਦੇ ਚੱਲਦੇ ਆ ਅਸੀਂ ਫਿਰ
ਗੁਰੂ ਕਲਗੀਧਰ ਪਾਤਸ਼ਾਹ ਦਾ ਗੋਦਾਵਰੀ ਦੇ ਕੰਢੇ ਤਖਤ ਸ੍ਰੀ ਹਜ਼ੂਰ ਸਾਹਿਬ, ਕਿਉਂਕਿ ਜਦੋਂ ਤੁਸੀਂ ਉਹਨਾਂ ਦੀ ਜੀਵਨ ਲੀਲਾ ਜਿਹੜੀ ਗੰਗਾ, ਸਤਲੁਜ, ਜਮਨਾ ਤੇ ਫਿਰ ਗੋਦਾਵਰੀ ਇਹਨਾਂ ਦੇ ਨਾਲ ਆ ਕੇ ਜੁੜਦੀ ਹੈ, ਉੱਥੇ ਤੁਸੀਂ ਉਹ ਦੇਖਦੇ ਹੋ ਕਿ ਉੱਥੇ ਫਿਰ ਉਹੀ ਯਾਦ ਦਹਾਨੀ, ਕਦੇ ਹਿਰਨੀ ਦਾ ਬੱਚਾ ਮਾਰ ਕੇ ਹਿਰਨੀ ਜਦੋਂ ਦਾ ਸ਼ਿਕਾਰ ਹੁੰਦਾ ਇੱਕ 12-14 ਸਾਲਾਂ ਦਾ ਮਾਧੋ ਦਾਸ ਲਛਮਣ ਦਾਸ ਜਿਹੜਾ ਮਾਧੋ ਦਾਸ ਬਣਦਾ, ਉਹ ਭੱਜਿਆ ਭਗੌੜਾ ਔਰ ਉਹਨੂੰ ਜਾ ਕੇ ਇਹ ਯਾਦ ਦਹਾਨੀ ਕਰਵਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ ਕੇ ਗੁਰਬਖਸ਼ ਸਿੰਘ ਬਣਾ ਕੇ ਜਿਹੜਾ ਗੁਰੂ ਕਾ ਬੰਦਾ ਕਰਕੇ ਜਾਣਿਆ ਜਾਂਦਾ। ਔਰ ਸਾਡੇ ਇਤਿਹਾਸ ਦਾ ਉਹ ਵੱਡਾ ਨਾਇਕ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਕ੍ਰਿਸ਼ਮਾ, ਇਹ ਜੀਵਨ ਹੈ। ਅਗੇਨ ਗੁਰੂ ਸਾਹਿਬ ਦੇ ਜੀਵਨ ਦਾ ਇੱਕ ਪਾਰਟ, ਔਰ ਇਹ ਜਿਹੜਾ ਵਕਤ ਦੀ ਇੰਨੀ ਸੀਮਾ ਹੈ ਔਰ ਇਹ ਜੀ ਤਾਂ ਐਵੇਂ ਹੁੰਦਾ ਹੈ ਕਿ ਭਾਈ ਗੁਰੂ ਕਲਗੀਧਰ ਪਾਤਸ਼ਾਹ ਦੇ ਗੁਣ ਗਾਇਨ ਕਰਦੇ ਜਾਈਏ, ਕੋਈ ਸਟਾਪ ਨਾ ਹੋਏ, ਕਿਤੇ ਨਾ ਰੁਕੀਏ। ਲੇਕਿਨ ਸਾਡੇ ਸਾਹਮਣੇ ਘੜੀ ਵੀ ਸਾਨੂੰ ਯਾਦ ਦਹਾਨੀ ਸਾਡੀ ਕਰਵਾ ਰਹੀ ਹੈ। ਔਰ ਭਾਈ ਨੰਦ ਲਾਲ ਜੀ ਜਿਨ੍ਹਾਂ ਨੇ ਆਪਣੇ ਬੰਦਗੀ ਨਾਮਾ, ਜ਼ਿੰਦਗੀ ਨਾਮਾ, ਪਰਸ਼ਨ ਸ਼ਾਇਰੀ ਦੇ ਨਾਲ ਉਹ ਮੁਕਾਮ ਹਾਸਲ ਕੀਤਾ ਰੂਹਾਨੀਅਤ ਦੀ ਉਸ ਉਚਾਈ ਦਾ ਕਿ ਉਹਨਾਂ ਦੀਆਂ ਗਜ਼ਲਾਂ ਨੂੰ, ਉਹਨਾਂ ਦੀਆਂ ਕ੍ਰਿਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ, ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਜਿਵੇਂ ਗਾਇਨ ਕੀਤਾ ਜਾ ਸਕਦਾ ਹੈ, ਸਵਈਆਂ ਨੂੰ, ਇਵੇਂ ਭਾਈ ਨੰਦ ਲਾਲ ਜੀ ਦੇ ਵੀ ਉਹਨਾਂ ਨੂੰ ਗਾਇਨ ਕੀਤਾ ਜਾ ਸਕਦਾ। ਔਰ ਉਹਨਾਂ ਦੀ ਜਦੋਂ ਇਹ ਆ ਕਿ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਈਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜ਼ੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਹੱਕ ਆਗਾ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ, ਖਸਮ ਰਾਜਾਂ ਕਾਹ ਗੁਰੂ ਗੋਬਿੰਦ ਸਿੰਘ, ਆਲਮੁਲ ਅਸਤਾਰ ਗੁਰੂ ਗੋਬਿੰਦ ਸਿੰਘ, ਅਬਰੇ ਰਹਿਮਤ ਬਾਰ ਗੁਰੂ ਗੋਬਿੰਦ ਸਿੰਘ। ਆਉਣ ਵਾਲੇ ਪੀਰੀਅਡ 'ਚ ਅਸੀਂ ਕਿਸੇ ਵੇਲੇ ਜ਼ਰੂਰ ਦੁਬਾਰਾ, ਹਾਲਾਂ ਅਸੀਂ ਭਾਈ ਨੰਦ ਲਾਲ ਜੀ ਦੀਆਂ ਪਰਸ਼ੀਅਨ ਗਜ਼ਲਾਂ ਦਾ ਜਿਹੜਾ ਹੈ ਅੱਜ ਤੋਂ 4-5 ਸਾਲ ਪਹਿਲਾਂ ਉਹਨੂੰ ਵੇਰਵੇ ਨਾਲ ਵਿਚਾਰਿਆ ਸੀ, ਔਰ ਮੈਨੂੰ ਇਹ ਲੱਗਦਾ ਹੈ ਵੀ ਸਾਡੇ ਨਵੇਂ ਵਿਊਅਰਸ ਲਈ ਅਸੀਂ ਇਸ ਪਾਰਟ ਨੂੰ ਵੀ ਲਿਆਵਾਂਗੇ। ਔਰ ਕਲੋਜ਼ਿੰਗ 'ਚ ਅਸੀਂ ਦੱਸਦੇ ਹੀ ਹੈ ਕਿ ਵੀ ਅੱਜ ਜਿਹੜਾ ਇਸ ਹਫਤੇ ਦਾ ਅਖੀਰਲਾ ਪ੍ਰੋਗਰਾਮ ਹੈ। ਕੱਲ੍ਹ ਅਸੀਂ ਖਾਸ ਤੌਰ 'ਤੇ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੀਆਂ ਸਿੱਖ ਸੰਗਤਾਂ ਦੇ ਸੱਦੇ 'ਤੇ ਸਰੀ ਔਰ ਉਸ ਬੈਲਟ ਦੇ ਵਿੱਚ ਫਲਾਈ ਕਰਨਾ ਹੈ, ਜਾਣਾ ਹੈ, ਕਿਉਂਕਿ ਬਾਕੀ ਛੋਟੇ ਪ੍ਰੋਗਰਾਮ ਨੇ, ਲੇਕਿਨ ਮੁੱਖ ਤੌਰ ਦੇ ਉੱਤੇ ਆਉਂਦੇ ਐਤਵਾਰ ਜਿਹੜਾ ਗ੍ਰੈਂਡ ਤਾਜ ਬੈਂਕੁਏਟ ਹਾਲ ਦੇ ਵਿੱਚ ਦਾ ਐਡਰੈਸ 8388 128 ਸਟਰੀਟ ਸਰੀ, ਬ੍ਰਿਟਿਸ਼ ਕੋਲੰਬੀਆ, ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਵੱਲੋਂ, ਕਿਉਂਕਿ ਟੁਗੈਦਰ ਸਾਰੇ ਗੁਰਦੁਆਰਿਆਂ ਨੇ ਐਫਰਟ ਕੀਤਾ, ਇੱਕ ਸੈਮੀਨਾਰ ਫਾਰਮੈਟ ਰੱਖਿਆ ਗਿਆ 6 ਪ੍ਰੈਜ਼ੈਂਟ ਐਂਡ ਫਿਊਚਰ, ਔਰ ਉਹਦੇ 'ਚ ਮੈਨੂੰ ਕੀ ਨੋਟ ਸਪੀਕਰ ਦੇ ਤੌਰ ਤੇ ਇਨਵਾਈਟ ਕੀਤਾ ਗਿਆ। ਔਰ TV 84 ਦੇ ਵੈਲ ਵਿਸ਼ਰਸ ਵੀ ਉੱਥੇ ਨੇ, ਹੋਣਗੇ, ਆਣਗੇ। ਸੋ ਅਸੀਂ ਇਹ ਦੱਸਦੇ ਹੀ ਹੈ ਕਿ ਅਸੀਂ ਆਪਣੇ ਵਿਊਅਰਸ ਤੋਂ ਮਾਫੀ ਚਾਹੁੰਦੇ ਹਾਂ, ਕਿਉਂਕਿ ਇਹ ਠੀਕ ਹੈ ਕਿ ਸਾਡੇ ਵਿਊਅਰਸ ਮਿਸ ਵੀ ਕਰਦੇ ਨੇ, ਸਾਡਾ ਵੀ, ਅਸੀਂ ਵੀ ਉਵੇਂ ਹੀ ਮਿਸ ਕਰਦੇ ਹਾਂ, ਪਰ ਕੁਝ ਪਾਰਟ ਨੇ ਜਿੱਥੇ ਕਿ ਇਹ ਥਾਂ ਤੇ ਮੈਸੇਜ ਜਾਣਾ ਵੀ ਜ਼ਰੂਰੀ ਹੈ। ਇਹਦੇ ਨਾਲ TV 84 ਪਰਿਵਾਰ ਵੀ ਵੱਡਾ ਹੁੰਦਾ, ਔਰ ਕੌਮੀ ਤੌਰ ਤੇ ਖਾਸ ਤੌਰ ਤੇ ਜਿੱਥੇ ਇਸ ਵੇਲੇ ਚਾਰ ਚੁਫੇਰੇ ਇੱਕ ਚੇਤਨਤਾ ਹੈ, ਇੱਕ ਅਵੇਅਰਨੈਸ ਹੈ, ਉੱਥੇ ਇੱਕ ਠੀਕ ਗਾਈਡੈਂਸ ਥੱਲੇ ਖਾਸ ਤੌਰ ਤੇ ਜਦੋਂ ਯੰਗਸਟਰਸ ਇਨਵੋਲਵ ਹੁੰਦੇ ਨੇ ਤਾਂ ਫਿਰ ਇਹ ਮੇਰੇ ਲਈ ਜ਼ਰੂਰੀ ਵੀ ਹੁੰਦਾ ਹੈ, ਉਹਨਾਂ ਦੀ ਚਾਹਨਾ ਵੀ ਹੁੰਦੀ ਹੈ ਸਿੱਖ ਸੰਗਤਾਂ ਦੀ। ਸੋ ਅਸੀਂ ਨੈਕਸਟ ਵੀਕ ਆ ਕੇ ਮੰਡੇ ਟਿਊਜ਼ਡੇ ਤੱਕ ਅਸੀਂ ਵਾਅਦਾ ਨੇ, ਹਾਂ ਸੰਡੇ ਦਾ ਜਿਹੜਾ ਪ੍ਰੋਗਰਾਮ ਹੈ ਉਹ ਜ਼ਰੂਰ, ਕਿਉਂਕਿ ਕਾਫੀ ਉਹਦੇ 'ਚ ਇੱਕ ਆਲਾ ਪ੍ਰੋਗਰਾਮ ਹੋਏਗਾ, ਵੱਡੀ ਗਿਣਤੀ 'ਚ ਸਾਰੇ ਹੀ ਜਿਹੜੇ ਵੀ ਹੂ ਐਵਰ ਮੈਟਰਸ, ਸਿੱਖ ਮੈਟਰਸ, ਇਹਨਾਂ ਉਸ ਪ੍ਰੋਗਰਾਮ ਦਾ ਹਿੱਸਾ ਹੋਣਗੇ। ਸੋ ਉਹ ਵੀ ਅਸੀਂ ਆਪਣੇ ਵਿਊਅਰਸ ਤੱਕ ਪਹੁੰਚਾਵਾਂਗੇ, ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਜਿੰਨੀ ਜਲਦੀ ਅਸੀਂ ਪਰਤ ਸਕੇ। ਵੈਸੇ ਜਿਵੇਂ ਸਾਡੇ ਵੀਰ ਕਹਿੰਦੇ ਹੁੰਦੇ ਨੇ ਕਿ ਬਈ ਜਾਈਏ ਭਾਵੇਂ ਜਾਈਏ ਨਾ, ਆਈਏ ਭਾਵੇਂ ਆਈਏ ਹੀ ਨਾ, ਇੱਦਾਂ ਦੀ ਗੱਲ ਤਾਂ ਨਹੀਂ ਕਰਦੇ। ਸੋ ਅਸੀਂ ਅੱਜ ਦੇ ਇਸ ਪਵਿੱਤਰ ਦਿਨ ਦੇ ਮੌਕੇ ਸਮੂਹ ਸਿੱਖ ਸੰਗਤਾਂ ਨੂੰ, TV 84 ਦੇ ਆਪਣੇ ਸਾਰੇ ਵਿਊਅਰਸ ਨੂੰ, ਕਿਉਂਕਿ ਵੱਡੀ ਗਿਣਤੀ 'ਚ ਪੰਜਾਬ ਦੀ ਧਰਤੀ ਨਾਲ ਜੁੜੇ ਹੋਏ, ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ, ਸਾਡੇ ਪਾਕਿਸਤਾਨੀ, ਕਸ਼ਮੀਰੀ ਭੈਣ ਭਰਾ ਔਰ ਹੋਰ ਵੀ ਵੈਲ ਵਿਸ਼ਰ ਇਸ ਪ੍ਰੋਗਰਾਮ ਨਾਲ ਜੁੜਦੇ ਨੇ,
ਔਰ ਗੁਰੂ ਕਲਗੀਧਰ ਪਾਤਸ਼ਾਹ ਸਭ ਦੇ ਸਾਂਝੇ ਨੇ। ਔਰ ਅਸੀਂ ਬਿਲਕੁਲ। ਵਿਚਾਰ ਕਰਾਂਗੇ ਕਿ ਕਿਵੇਂ ਹਿੰਦੂ ਤਵੀ ਉਹਨਾਂ ਦੀ ਫਿਲਾਸਫੀ ਨੂੰ ਇੱਕ ਹੋਰ ਟਰਨ ਦੇਣ ਦੀ ਕੋਸ਼ਿਸ਼ ਕਰਦੇ ਨੇ। ਪਰ ਗੁਰੂ ਸਾਹਿਬ ਪਿਆਰ ਦੇ ਮੁਜੱਸਮੇ ਨੇ। ਜਦੋਂ ਉਹਨਾਂ ਨੇ ਇਹ ਫਰਮਾਇਆ ਕਿ ਕਹਾਂ ਬਹਿਓ ਜੋ ਦਉ ਲੋਚਨ ਮੂੰਦ ਕੇ, ਬੈਠ ਰਹੋ ਬਕ ਧਿਆਨ ਲਗਾਇਓ, ਨਾਤ ਫਿਰਿਓ ਲਿਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, बास कियो बिख्यान सो बैठ के, ऐसे ही ऐसे सो बैस बितायो, साच कहो सुन लेहो सब है, जिन प्रेम कियो तिन ही प्रभ पायो। कि कोई अखां बंद करके समाधि च बह जाए, कोई बिल्कुल जिहड़ा ओह तीर्थां ते नहाउंदा फिरे कि इस दरिया च नहा लिया, इस च नहा लिया, कोई होर खाम खा दे जिहड़े ने बयानबाजियां बख्यानबाजियां जां विशे विकारां च फसिया रहे, उन्हां च कुछ नहीं है। साच कहो सुन लियो सब है, जिन प्रेम कियो तिन ही प्रभ पायो। मैं सच कह रहे हैं, कुल दुनिया कान खोल के सुन लो कि जिन्हां दे अंदर प्रेम वसिया, जिन्हां ने रब दे नाल मुहब्बत कीती, उस दी बंदगी प्यार दे विच अपना आप गवा लिया, उन्हां नूं ही रब मिलिया। और इंसानियत बारे जिहड़ा अज भी जदों असीं इह कोट करदे हैं कि भाई हिंदू तुर्क दऊ राफजी इमाम साफी, मानस की जात सब है एक है पहचान वो। कि जिन्ने मर्जी फिरके हिंदुआं दे होण, जिन्ने मर्जी मुसलमानां दे होण, लेकिन एक गल याद रखो, मानस की जात सब है एक है पहचान वो। कंसिडर ये ऑल ह्यूमन रेस एज वन, कि सब इक्को ही ने, उस वाहिगुरू दे दरों आए ने, भूम ते उपे के फिर भूम में मिले हैं। कि धरती तो पैदा हुंदे ने और बेड़े दे जिहड़ा हाकमां नूं जिहड़ा और बड़े बड़े लोग जिहड़े ताकतवर, उन्हां प्रथाए गुरु साहब ने याद दहानी करवाई कि भारी भुजान के भूप भली बिद, न्यावत सीस न जात बिचारे, एते पे तो कहाँ पे भूपत, अंत को नांगे ही पाए पधारे। कि बहुत बहुत माइटी किंग्स, उन्हां दी किन्नी रियाया सी, किन्ने लोग उन्हां दे हुक्म दे विच बझे होए सी, किन्ने लोग उन्हां अगे सिर नवाउंदे सी, उन्हां दी गिणती नहीं हो सकदी। भारी भुजान के भूप भली बिद, न्यावत सीस न जात बिचारे, इते पे तो कहाँ पे भूपत, अंत को नांगे ही पाए पधारे। इन्ने किथे गए, फकीर नंगे पैर इस दुनिया तो चले गए। गुरु कलगीधर पातशाह रहमत करन अपने पंथ दे सिर ते, सानू सब नूं भी ये उस रस्ते ते जो सच हक इंसाफ का रस्ता, जो उन्होंने अपना सरबंस कुर्बान करके उस रस्ते ते चलण की जाच सानू सिखाई, ਅਸੀਂ ਸਾਬਤ ਕਦਮਾਂ ਨਾਲ ਤੁਰ ਸਕੀਏ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਅਗਲੇ ਨੇ ਬ੍ਰੇਕ, ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।